ਇੱਕ ਵਿਸ਼ੇਸ਼ ਤਰ੍ਹਾਂ ਦੇ ਜੀਵ ਇੱਕੋ ਜਿਹੇ ਵਿਖਾਈ ਦਿੰਦੇ ਹਨ ਕਿਉਂਕਿ ਉਹਨਾਂ ਦੇ ਸਰੀਰ ਦੀ ਬਣਤਰ ਇੱਕੋ ਜਿਹੀ ਹੈ। ਜੇਕਰ ਸਰੀਰ ਦੀ ਬਣਤਰ ਇੱਕੋ ਜਿਹੀ ਹੈ ਤਾਂ ਇਸ ਬਣਤਰ ਦਾ ਬਲੂਪ੍ਰਿੰਟ ਵੀ ਸਮਾਨ ਹੋਣਾ ਚਾਹੀਦਾ ਹੈ। ਇਸ ਲਈ ਮੂਲ ਰੂਪ ਵਿੱਚ ਪ੍ਰਜਨਨ ਜੀਵ ਦੇ ਸਰੀਰ ਦੀ ਬਣਤਰ ਦੇ ਬਲੂਪ੍ਰਿੰਟ ਦੀਆਂ ਕਾਪੀਆਂ ਤਿਆਰ ਕਰਨੀਆਂ ਹੈ। ਸੈੱਲ ਦੇ ਨਿਊਕਲੀਅਸ ਵਿੱਚ ਮੌਜੂਦ ਗੁਣਸੂਤਰਾਂ ਦੇ DNA ਦੇ ਅਣੂਆਂ ਵਿੱਚ ਅਨੁਵੰਸ਼ਿਕ ਗੁਣਾਂ ਦਾ ਸੰਦੇਸ਼ ਹੁੰਦਾ ਹੈ ਜੋ ਮਾਪਿਆਂ ਤੋਂ ਅਗਲੀ ਪੀੜ੍ਹੀ ਵਿੱਚ ਜਾਂਦਾ ਹੈ। ਸੈੱਲ ਦੇ ਨਿਊਕਲੀਅਸ ਦੇ DNA ਵਿੱਚ ਪ੍ਰੋਟੀਨ ਸੰਸ਼ਲੇਸ਼ਣ ਹਿੱਤ ਸੂਚਨਾ ਹੁੰਦੀ ਹੈ। ਜੇਕਰ ਸੂਚਨਾ ਬਦਲ ਜਾਂਦੀ ਹੈ ਤਾਂ ਬਣਨ ਵਾਲਾ ਪ੍ਰੋਟੀਨ ਭਿੰਨ ਹੋਵੇਗਾ। ਭਿੰਨ ਪ੍ਰੋਟੀਨਾਂ ਕਾਰਨ ਅੰਤ ਵਿੱਚ ਸਰੀਰਾਂ ਦੀ ਬਣਤਰ ਬਦਲ ਜਾਏਗੀ। ਇਸ ਲਈ ਪ੍ਰਜਨਨ ਦੀ ਮੁੱਖ ਘਟਨਾ DNA ਦੀ ਕਾਪੀ ਬਣਾਉਣਾ ਹੈ। ਆਪਣੇ DNA ਦੀ ਕਾਪੀ ਤਿਆਰ ਕਰਨ ਲਈ ਸੈੱਲ ਰਸਾਇਣਿਕ ਪ੍ਰਤੀਕਿਰਿਆਵਾਂ ਦਾ ਉਪਯੋਗ ਕਰਦੇ ਹਨ। ਇਸ ਤਰ੍ਹਾਂ ਜਣਨ ਸੈੱਲ ਵਿੱਚ DNA ਦੀਆਂ 2 ਕਾਪੀਆਂ ਬਣਦੀਆਂ ਹਨ ਅਤੇ ਉਹਨਾਂ ਦਾ ਇੱਕ ਦੂਜੇ ਤੋਂ ਵੱਖ ਹੋਣਾ ਜ਼ਰੂਰੀ ਹੈ। ਕੀ ਇਹ ਦੋਵੇਂ ਕਾਪੀਆਂ ਪੂਰਨ ਰੂਪ ਤੇ ਸਮਰੂਪ ਹੋ ਸਕਦੀਆਂ ਹਨ? ਇਸ ਦਾ ਉੱਤਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਾਪੀ ਕਰਨ ਦੀਆਂ ਪ੍ਰਤੀਕਿਰਿਆਵਾਂ ਕਿੰਨੇ ਸਹੀ ਤਰੀਕੇ ਨਾਲ ਪੂਰੀਆਂ ਹੁੰਦੀਆਂ ਹਨ। ਕੋਈ ਜੈਵ ਰਸਾਇਣਿਕ ਪ੍ਰਤੀਕਿਰਿਆ ਪੂਰਨ ਤੌਰ ਤੇ ਭਰੋਸੇਯੋਗ ਨਹੀਂ ਹੁੰਦੀ। ਇਸ ਲਈ ਆਸ ਕੀਤੀ ਜਾਂਦੀ ਹੈ DNA ਦੀ ਕਾਪੀ ਕਰਨ ਦੀ ਪ੍ਰਤੀਕਿਰਿਆ ਵਿੱਚ ਕੁਝ ਭਿੰਨਤਾ ਆਵੇਗੀ। ਇਸ ਦੇ ਨਤੀਜੇ ਵਜੋਂ ਬਣਨ ਵਾਲੀ DNA ਦੀ ਕਾਪੀ ਇੱਕ ਸਮਾਨਤਾ ਹੋਵੇਗੀ ਪਰ ਮੌਲਿਕ DNA ਦੇ ਸਮਰੂਪ ਨਹੀਂ ਹੋਵੇਗੀ। ਹੋ ਸਕਦਾ ਹੈ ਕਿ ਕੁਝ ਭਿੰਨਤਾਵਾਂ ਇੰਨੀਆਂ ਜ਼ਿਆਦਾ ਹੋਣ ਕਿ DNA ਦੀ ਨਵੀਂ ਕਾਪੀ ਵਿਰਾਸਤ ਵਿੱਚ ਮਿਲੇ ਆਪਣੇ ਸੈੱਲ ਸੰਗਠਨ ਦੇ ਨਾਲ ਕੰਮ ਨਾ ਕਰ ਸਕੇ। ਇਸ ਤਰ੍ਹਾਂ ਨਵ ਜੰਮਿਆ ਸੈੱਲ ਮਰ ਜਾਂਦਾ ਹੈ। ਦੂਜੇ ਪਾਸੇ DNA ਦੀਆਂ ਕੁਝ ਕਾਪੀਆਂ ਵਿੱਚ ਅਨੇਕ ਭਿੰਨਤਾਵਾਂ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ ਕਿ ਅਜਿਹੇ ਸਿੱਟੇ ਨਿਕਲਣ। ਇਸ ਲਈ ਬਾਕੀ ਬਚੇ ਸੈੱਲ ਸਮਾਨ ਹੁੰਦੇ ਹੋਏ ਵੀ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਦੂਜੇ ਤੋਂ ਭਿੰਨ ਹੁੰਦੇ ਹਨ। ਆਪਣੀ ਜਨਨ ਯੋਗਤਾ ਦਾ ਉਪਯੋਗ ਕਰਕੇ ਜੀਵਾਂ ਦੀ ਜਨਸੰਖਿਆ ਪ੍ਰਤਿਸਥਿਤਿਕ ਸਿਸਟਮ ਸਥਾਨ ਜਾਂ ਨਿੱਚ ਗ੍ਰਹਿਣ ਕਰਦੀ ਹੈ। ਪ੍ਰਜਨਨ ਦੇ ਦੌਰਾਨ DNA ਦੀ ਕਾਪੀ ਦੀ ਸਥਿਰਤਾ ਜੀਵ ਦੀ ਸਰੀਰਕ ਰਚਨਾ ਅਤੇ ਬਣਤਰ ਦੇ ਲਈ ਬਹੁਤ ਮਹੱਤਵਪੂਰਨ ਹੈ ਜੋ ਉਸ ਨੂੰ ਇੱਕ ਵਿਸ਼ੇਸ਼ ਟਿਕਾਣੇ ਦੇ ਯੋਗ ਬਣਾਉਂਦੀ ਹੈ। ਇਸ ਲਈ ਕਿਸੇ ਪ੍ਰਜਾਤੀ ਦੀ ਜਨਸੰਖਿਆ ਦੀ ਸਥਿਰਤਾ ਦਾ ਸੰਬੰਧ ਜਣਨ ਨਾਲ ਹੈ। ਫਿਰ ਵੀ ਟਿਕਾਣੇ ਵਿੱਚ ਕਈ ਪਰਿਵਰਤਨ ਆ ਸਕਦੇ ਹਨ ਜੋ ਜੀਵਾਂ ਦੇ ਕਾਬੂ ਤੋਂ ਬਾਹਰ ਹਨ। ਪ੍ਰਿਥਵੀ ਉੱਤੇ ਤਾਪਮਾਨ ਘੱਟ ਜਾਂ ਵੱਧ ਹੋ ਸਕਦਾ ਹੈ। ਪਾਣੀ ਦਾ ਸਤਰ ਬਦਲ ਸਕਦਾ ਹੈ। ਜਿਵੇਂ ਕਿ ਉਦਾਹਰਨ ਵਜੋਂ ਪੈਂਗੁਇਨਸ ਠੰਡੇ ਮੌਸਮ ਵਿੱਚ ਰਹਿੰਦੇ ਹਨ। ਜੇਕਰ ਤਾਪਮਾਨ ਗਲੋਬਲ ਵਾਰਮਿੰਗ ਕਰਕੇ ਵੱਧ ਜਾਵੇਗਾ ਤਾਂ ਬਹੁਤੇ ਪੈਂਗੁਇਨਸ ਇਸ ਨਵੇਂ ਤਾਪਮਾਨ ਵਿੱਚ ਜਿਉਂਦੇ ਨਹੀਂ ਰਹਿ ਸਕਦੇ। ਫਿਰ ਵੀ ਇਸ ਜਨਸੰਖਿਆ ਦੇ ਕੁਝ ਜੀਵਾਂ ਵਿੱਚ ਭਿੰਨਤਾ ਹੋਵੇਗੀ ਤਾਂ ਉਹਨਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਕੁਝ ਵੱਧ ਜਾਵੇਗੀ। ਇਕੱਲੇ ਜੀਵਾਂ ਵਿੱਚ ਪ੍ਰਜਨਨ ਵਿਧੀਆਂ। ਆਓ ਅਸੀਂ ਜਾਣੀਏ ਕਿ ਭਿੰਨ ਜੀਵ ਅਸਲ ਵਿੱਚ ਕਿਸ ਤਰ੍ਹਾਂ ਪ੍ਰਜਨਨ ਕਰਦੇ ਹਨ। ਭਿੰਨ ਜੀਵਾਂ ਵਿੱਚ ਪ੍ਰਜਨਨ ਦੀ ਵਿਧੀ ਉਹਨਾਂ ਦੇ ਸਰੀਰ ਦੀ ਬਣਤਰ ਤੇ ਨਿਰਭਰ ਕਰਦੀ ਹੈ। ਪਹਿਲੀ ਵਿਧੀ ਵਿਖੰਡਨ। ਇੱਕ ਸੈਲੀ ਜੀਵਾਂ ਵਿੱਚ ਸੈੱਲ ਵੰਡ ਜਾਂ ਵਿਖੰਡਨ ਦੁਆਰਾ ਨਵੇਂ ਜੀਵਾਂ ਦੀ ਉਤਪਤੀ ਹੁੰਦੀ ਹੈ। ਵਿਖੰਡਨ ਦੇ ਬਹੁਤ ਸਾਰੇ ਢੰਗ ਵੇਖਣ ਵਿੱਚ ਆਏ ਹਨ। ਅਨੇਕ ਪ੍ਰਕਾਰ ਦੇ ਬੈਕਟੀਰੀਆ ਅਤੇ ਪ੍ਰੋਟੋਜ਼ੋਆ ਦੇ ਸੈੱਲ ਵਿਭਾਜਨ ਦੁਆਰਾ ਆਮ ਕਰਕੇ 2 ਬਰਾਬਰ ਭਾਗਾਂ ਵਿੱਚ ਵੰਡੇ ਜਾਂਦੇ ਹਨ। ਐਮੀਬਾ ਜਿਹੇ ਜੀਵਾਂ ਵਿੱਚ ਸੈੱਲ ਦੀ ਵੰਡ ਕਿਸੇ ਵੀ ਤਲ ਤੋਂ ਹੋ ਸਕਦੀ ਹੈ। ਖੰਡ ਕਰਨਾ। ਸਰਲ ਰਚਨਾ ਵਾਲੇ ਬਹੁਸੈਲੀ ਜੀਵਾਂ ਵਿੱਚ ਜਣਨ ਦੀ ਸਰਲ ਵਿਧੀ ਕੰਮ ਕਰਦੀ ਹੈ। ਉਦਾਹਰਨ ਵਜੋਂ ਸਪਾਇਰੋਗਾਇਰਾ ਆਮ ਕਰਕੇ ਵਿਕਸਿਤ ਹੋ ਕੇ ਛੋਟੇ ਟੁਕੜਿਆਂ ਵਿੱਚ ਖੰਡਿਤ ਹੋ ਜਾਂਦਾ ਹੈ। ਇਹ ਟੁਕੜੇ ਜਾਂ ਖੰਡ ਵਾਧਾ ਕਰਕੇ ਨਵੇਂ ਜੀਵਾਂ ਵਿੱਚ
ਵਿਕਸਿਤ ਹੋ ਜਾਂਦੇ ਹਨ। ਪੁਨਰਜਣਨ ਪੂਰਨ ਤੌਰ ਤੇ ਵਿਭੇਦਿਤ ਬਹੁਤ ਸਾਰੇ ਜੀਵਾਂ ਵਿੱਚ ਆਪਣੇ ਸਰੀਰ ਦੇ ਭਾਗ ਤੋਂ ਨਵੇਂ ਜੀਵ ਦਾ ਨਿਰਮਾਣ ਕਰਨ ਦੀ ਸਮਰੱਥਾ ਹੁੰਦੀ ਹੈ। ਭਾਵ ਇਹ ਕਿ ਜੇਕਰ ਕੋਈ ਜੀਵ ਕਿਸੇ ਕਾਰਨ ਬਹੁਤ ਸਾਰੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ ਜਾਂ ਕੱਟਿਆ ਜਾਂਦਾ ਹੈ ਤਾਂ ਇਸ ਦੇ ਬਹੁਤ ਸਾਰੇ ਟੁਕੜੇ ਵਾਧਾ ਕਰਕੇ ਨਵੇਂ ਜੀਵਾਂ ਵਿੱਚ ਵਿਕਸਿਤ ਹੋ ਜਾਂਦੇ ਹਨ। ਹਾਈਡਰਾ ਅਤੇ ਪਲੇਨੇਰੀਆ ਜਿਹੇ ਸਰਲ ਜੀਵਾਂ ਨੂੰ ਜੇਕਰ ਕਈ ਟੁਕੜਿਆਂ ਵਿੱਚ ਕੱਟ ਦਿੱਤਾ ਜਾਵੇ ਤਾਂ ਹਰ ਇੱਕ ਟੁਕੜਾ ਪੂਰਨ ਜੀਵ ਵਿੱਚ ਵਿਕਸਿਤ ਹੋ ਜਾਂਦਾ ਹੈ, ਜਿਸ ਨੂੰ ਪੁਨਰਜਨਨ ਕਹਿੰਦੇ ਹਨ। ਬਡਿੰਗ ਹਾਈਡਰਾ ਜਿਹੇ ਕੁਝ ਜੀਵ ਪੁਨਰਜਣਨ ਦੀ ਸਮਰੱਥਾ ਰੱਖਣ ਵਾਲੇ ਸੈੱਲਾਂ ਦਾ ਉਪਯੋਗ ਜਣਨ ਦੀ ਬਡਿੰਗ ਵਿਧੀ ਵਿੱਚ ਕਰਦੇ ਹਨ। ਹਾਈਡਰਾ ਵਿੱਚ ਸੈੱਲਾਂ ਦੇ ਨਿਯਮਤ ਵਿਭਾਜਨ ਦੇ ਕਾਰਨ ਇੱਕ ਸਥਾਨ ਉੱਤੇ ਉਭਾਰ ਵਿਕਸਿਤ ਹੋ ਜਾਂਦਾ ਹੈ, ਜਿਸ ਨੂੰ ਕਲੀਆਂ ਕਹਿੰਦੇ ਹਨ। ਇਹ ਉਭਾਰ ਵਾਧਾ ਕਰਦਾ ਹੋਇਆ ਨਵੇਂ ਜੀਵ ਵਿੱਚ ਬਦਲ ਜਾਂਦਾ ਹੈ ਅਤੇ ਪੂਰਨ ਵਿਕਸਿਤ ਹੋ ਕੇ ਪਿੱਤਰ ਸਰੀਰ ਤੋਂ ਵੱਖ ਹੋ ਕੇ ਸੁਤੰਤਰ ਜੀਵ ਬਣਦਾ ਹੈ। ਕਾਇਆ ਪ੍ਰਜਨਨ ਅਜਿਹੇ ਬਹੁਤ ਸਾਰੇ ਪੌਦੇ ਹਨ ਜਿਨ੍ਹਾਂ ਦੇ ਕੁਝ ਭਾਗ ਜਿਵੇਂ ਤਣਾ, ਜੜ ਅਤੇ ਪੱਤੀਆਂ ਅਨੁਕੂਲ ਪਰਿਸਥਿਤੀਆਂ ਵਿੱਚ ਵਿਕਸਿਤ ਹੋ ਕੇ ਨਵਾਂ ਪੌਦਾ ਪੈਦਾ ਕਰਦੇ ਹਨ। ਬਹੁਤ ਸਾਰੇ ਜੰਤੂਆਂ ਦੇ ਵਿਪਰੀਤ ਪੌਦੇ ਇਸ ਤਰ੍ਹਾਂ ਦੀ ਯੋਗਤਾ ਦਾ ਉਪਯੋਗ ਜਣਨ ਦੀ ਵਿਧੀ ਦੇ ਰੂਪ ਵਿੱਚ ਕਰਦੇ ਹਨ। ਗੰਨਾ, ਗੁਲਾਬ ਅਤੇ ਅੰਗੂਰ ਇਸ ਤਰ੍ਹਾਂ ਦੇ ਪ੍ਰਜਨਨ ਦੇ ਉਦਾਹਰਣ ਹਨ। ਬੀਜਾਣੂ ਬਣਨਾ ਸਪੋਰ ਫਾਰਮੇਸ਼ਨ ਅਨੇਕ ਸਰਲ ਬਹੁਤ ਸੈਲੀ ਜੀਵਾਂ ਵਿੱਚ ਵੀ ਵਿਸ਼ੇਸ਼ ਰਚਨਾਵਾਂ ਹੁੰਦੀਆਂ ਹਨ, ਪਰ ਹਾਈਫੇ ਦੇ ਉੱਪਰਲੇ ਸਿਰੇ ਉੱਤੇ ਸੂਖਮ ਗੋਲ ਗੁੱਛੇਦਾਰ ਬਣਤਰਾਂ ਜਣਨ ਵਿੱਚ ਭਾਗ ਲੈਂਦੀਆਂ ਹਨ। ਗੁੱਛੇਦਾਰ ਬਣਤਰ ਨੂੰ ਸਪੋਰੈਂਜੀਆ ਕਹਿੰਦੇ ਹਨ। ਇਸ ਵਿੱਚ ਸੈੱਲ ਜਾਂ ਸਪੋਰਸ ਹੁੰਦੇ ਹਨ ਜੋ ਵਾਧਾ ਕਰਕੇ ਅੰਤ ਵਿੱਚ ਨਵੇਂ ਰਾਈਜ਼ੋਪਸ ਬਣਦੇ ਹਨ। ਇਹ ਵਿਧੀਆਂ ਜਿਨ੍ਹਾਂ ਦੀ ਅਸੀਂ ਚਰਚਾ ਕੀਤੀ ਹੈ, ਉਹਨਾਂ ਸਭ ਵਿੱਚ ਨਵੀਂ ਪੀੜ੍ਹੀ ਦੀ ਸਿਰਜਣਾ ਕੇਵਲ ਇੱਕ ਹੀ ਜੀਵ ਦੁਆਰਾ ਹੁੰਦੀ ਹੈ। ਇਸ ਨੂੰ ਅਲਿੰਗੀ ਜਣਨ ਆਖਦੇ ਹਨ। ਫੁੱਲ ਪੌਦੇ ਦੇ ਜਣਨ ਅੰਗ ਹੁੰਦੇ ਹਨ। ਪੁੰਕੇਸਰ ਨਰ ਜਣਨ ਅੰਗ ਅਤੇ ਇਸਤਰੀ ਕੇਸਰ ਮਾਦਾ ਜਣਨ ਅੰਗ ਹੈ। ਪੁੰਕੇਸਰ ਦੇ ਦੋ ਭਾਗ ਹੁੰਦੇ ਹਨ, ਫਿਲਾਮੈਂਟ ਅਤੇ ਪਰਾਗਕੋਸ਼। ਇਸਤਰੀ ਕੇਸਰ ਦੇ ਤਿੰਨ ਭਾਗ ਸਟਿਗਮਾ, ਸਟਾਈਲ ਅਤੇ ਅੰਡਕੋਸ਼ ਹਨ। ਅੰਡਕੋਸ਼ ਵਿੱਚ ਬੀਜ ਅੰਡ ਮੌਜੂਦ ਹਨ ਅਤੇ ਪਰਾਗਕੋਸ਼ ਵਿੱਚ ਪਰਾਗਕਣ। ਫੁੱਲ ਦੇ ਪੂਰੀ ਤਰ੍ਹਾਂ ਵਿਕਸਿਤ ਹੋਣ ਉਪਰੰਤ ਪਰਾਗਕਣ ਹੁੰਦਾ ਹੈ, ਜਿਸ ਵਿੱਚ ਫੁੱਲ ਦੇ ਪਰਾਗਕਣਾਂ ਦਾ ਸਟਿਗਮਾ ਤੱਕ ਸਥਾਨਾਂਤਰਨ ਹੁੰਦਾ ਹੈ। ਪਰਾਗਕਣਾਂ ਦਾ ਇਹ ਸਥਾਨਾਂਤਰਣ ਇੱਕੋ ਫੁੱਲ ਵਿੱਚ ਜਾਂ ਦੋ ਵੱਖਰੇ ਫੁੱਲਾਂ ਵਿੱਚ ਕੁਝ ਵਾਹਕਾਂ ਦੀ ਮਦਦ ਨਾਲ ਹੋ ਸਕਦਾ ਹੈ। ਜਦੋਂ ਇੱਕ ਫੁੱਲ ਦੇ ਪਰਾਗਕਣ ਉਸੇ ਫੁੱਲ ਦੇ ਸਟਿਗਮਾ ਤੇ ਗਿਰਦੇ ਹਨ ਤਾਂ ਇਹ ਸਵੈ ਪਰਾਗਣ ਅਖਵਾਉਂਦਾ ਹੈ। ਪਰ ਜਦੋਂ ਇੱਕ ਫੁੱਲ ਦੇ ਪਰਾਗਕਣ ਹਵਾ ਜਾਂ ਕਿਸੇ ਹੋਰ ਵਾਹਕ ਦੀ ਮਦਦ ਨਾਲ ਦੂਸਰੇ ਫੁੱਲ ਦੇ ਸਟਿਗਮਾ ਤੇ ਡਿੱਗਦੇ ਹਨ ਤਾਂ ਇਸ ਨੂੰ ਪਰਪਰਾਗਣ ਕਿਹਾ ਜਾਂਦਾ ਹੈ। ਪਰਪਰਾਗਣ ਵਿੱਚ ਕਈ ਵਾਰ ਮਧੂ ਮੱਖੀਆਂ ਵੀ ਪਰਾਗਕਣਾਂ ਦੇ ਸਥਾਨਾਂਤਰਣ ਵਿੱਚ ਮਦਦ ਕਰਦੀਆਂ ਹਨ। ਪਰਾਗਕਣਾਂ ਦੇ ਸਟਿਗਮਾ ਤੱਕ ਪਹੁੰਚਣ ਤੋਂ ਬਾਅਦ ਨਿਸ਼ੇਚਣ ਦੀ ਪ੍ਰਕਿਰਿਆ ਦਾ ਆਰੰਭ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ ਸਟਿਗਮਾ ਉੱਤੇ ਪਿਆ ਪਰਾਗਕਣ ਅੰਕੁਰਿਤ ਹੁੰਦਾ ਹੈ ਅਤੇ ਪਰਾਗ ਨਲੀ ਦਾ ਵਿਕਾਸ ਹੋਣ ਲੱਗਦਾ ਹੈ।
ਇਸੇ ਪਰਾਗ ਨਲੀ ਰਾਹੀਂ ਪਰਾਗਕਣ ਅੰਡਕੋਸ਼ ਵਿੱਚ ਪਹੁੰਚਦਾ ਹੈ। ਅੰਡਕੋਸ਼ ਵਿੱਚ ਪਰਾਗਣ ਅਤੇ ਬੀਜ ਅੰਡ ਦਾ ਸੰਯੋਗ ਹੁੰਦਾ ਹੈ ਅਤੇ ਸਿੱਟੇ ਵਜੋਂ ਯੁਗਮਜ ਬਣ ਜਾਂਦਾ ਹੈ ਅਤੇ ਯੁਗਮਜ ਭਰੂਣ ਵਿੱਚ ਵਿਕਸਿਤ ਹੁੰਦਾ ਹੈ। ਬੱਚਿਓ, ਅਸੀਂ ਜਾਣਦੇ ਹਾਂ ਕਿ ਪੌਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਜਾ ਸਕਦੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਪੌਦਿਆਂ ਦੇ ਬੀਜ ਵੱਖ-ਵੱਖ ਥਾਵਾਂ ਤੇ ਕਿਵੇਂ ਪਹੁੰਚ ਕੇ ਨਵਾਂ ਪੌਦਾ ਉਗਾਉਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਪੌਦਿਆਂ ਦੇ ਬੀਜ ਵੱਖ-ਵੱਖ ਥਾਵਾਂ ਤੇ ਪਹੁੰਚ ਜਾਂਦੇ ਹਨ। ਇਸ ਨੂੰ ਬੀਜ ਖਿੰਡਾਉਣਾ ਜਾਂ ਬੀਜ ਵਿਸਰਜਨ ਕਿਹਾ ਜਾਂਦਾ ਹੈ। ਬੀਜ ਖਿੰਡਾਉਣਾ ਹਵਾ, ਪਾਣੀ ਅਤੇ ਜੰਤੂਆਂ ਦੁਆਰਾ ਹੁੰਦਾ ਹੈ। ਜਦੋਂ ਬੀਜ ਮਿੱਟੀ ਵਿੱਚ ਪਹੁੰਚਦਾ ਹੈ ਤਾਂ ਉਹ ਨਵੇਂ ਪੌਦੇ ਵਿੱਚ ਵਿਕਸਿਤ ਹੋ ਜਾਂਦਾ ਹੈ। ਕੁਝ ਪੌਦਿਆਂ ਦੇ ਫਲ ਝਟਕੇ ਨਾਲ ਫਟ ਜਾਂਦੇ ਹਨ, ਜਿਸ ਨਾਲ ਉਹਨਾਂ ਅੰਦਰ ਸਥਿਤ ਬੀਜ ਖਿਲਰ ਜਾਂਦੇ ਹਨ। ਬੀਜ ਦਾ ਖਿੰਡਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਇੱਕ ਹੀ ਕਿਸਮ ਦੇ ਪੌਦੇ ਦੇ ਨਵੇਂ ਉੱਗੇ ਪੌਦਿਆਂ ਵਿਚਕਾਰ ਸੂਰਜ ਦੇ ਪ੍ਰਕਾਸ਼, ਪਾਣੀ ਅਤੇ ਖਣਿਜਾਂ ਲਈ ਆਪਸੀ ਮੁਕਾਬਲੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਜੀਵਨ ਕਾਲ ਦੀ ਉਹ ਅਵਸਥਾ ਜਦੋਂ ਸਰੀਰ ਵਿੱਚ ਅਜਿਹੇ ਪਰਿਵਰਤਨ ਹੁੰਦੇ ਹਨ ਜਿਸ ਦੇ ਸਿੱਟੇ ਵਜੋਂ ਪ੍ਰਜਨਨ ਪ੍ਰੌੜਤਾ ਭਾਵ ਜਣਨ ਸਮਰੱਥਾ ਆਉਂਦੀ ਹੈ, ਕਿਸ਼ੋਰ ਅਵਸਥਾ ਅਖਵਾਉਂਦੀ ਹੈ। ਲੜਕੀਆਂ ਵਿੱਚ ਕਿਸ਼ੋਰ ਅਵਸਥਾ ਦਾ ਆਰੰਭ 10-11 ਸਾਲ ਦੀ ਉਮਰ ਵਿੱਚ ਹੋ ਜਾਂਦਾ ਹੈ। ਇਸ ਦਾ ਪਤਾ ਕੁਝ ਲੱਛਣਾਂ ਰਾਹੀਂ ਲੱਗਦਾ ਹੈ, ਜਿਵੇਂ ਲੜਕੀਆਂ ਵਿੱਚ ਕਮਰ ਦਾ ਹੇਠਲਾ ਭਾਗ ਚੌੜਾ ਹੋ ਜਾਣਾ, ਛਾਤੀ ਦਾ ਵਿਕਾਸ, ਕੱਦ ਵਿੱਚ ਵ੍ਰਿੱਧੀ, ਕੱਛਾਂ ਅਤੇ ਪਿਊਬਿਕ ਖੇਤਰ ਵਿੱਚ ਵਾਲਾਂ ਦਾ ਉੱਗਣਾ ਅਤੇ ਮਾਸਿਕ ਚੱਕਰ ਦਾ ਆਰੰਭ ਹੋਣਾ। ਲੜਕਿਆਂ ਵਿੱਚ ਕਿਸ਼ੋਰ ਅਵਸਥਾ ਲੜਕੀਆਂ ਨਾਲੋਂ 1 ਜਾਂ 2 ਸਾਲ ਦੇਰ ਨਾਲ ਸ਼ੁਰੂ ਹੁੰਦੀ ਹੈ, ਭਾਵ 12-13 ਸਾਲ ਦੀ ਉਮਰ ਵਿੱਚ। ਲੜਕਿਆਂ ਵਿੱਚ ਵੀ ਕੁਝ ਪਰਿਵਰਤਨ ਆਉਂਦੇ ਹਨ, ਜਿਵੇਂ ਕੱਦ ਵਿੱਚ ਵ੍ਰਿੱਧੀ, ਆਵਾਜ਼ ਭਾਰੀ ਹੋ ਜਾਣਾ, ਚਿਹਰੇ ਉੱਪਰ, ਛਾਤੀ ਅਤੇ ਪਿਊਬਿਕ ਖੇਤਰ ਵਿੱਚ ਵਾਲ ਉੱਗਣਾ, ਟੈਸਟੋਸਟੈਰੋਨ ਦੇ ਰਿਸਾਓ ਦਾ ਆਰੰਭ ਹੋਣਾ। ਕਿਸ਼ੋਰ ਅਵਸਥਾ ਵਿੱਚ ਪਸੀਨਾ ਅਤੇ ਤੇਲ ਗ੍ਰੰਥੀਆਂ ਦਾ ਰਿਸਾਓ ਵੱਧ ਜਾਂਦਾ ਹੈ, ਜਿਸ ਕਾਰਨ ਕੁਝ ਵਿਅਕਤੀਆਂ ਦੇ ਚਿਹਰਿਆਂ ਉੱਪਰ ਫਿੰਸੀਆਂ ਆਦਿ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕਿਸ਼ੋਰਾਂ ਦਾ ਮਾਨਸਿਕ, ਬੌਧਿਕ ਅਤੇ ਸੰਵੇਦਨਾਤਮਕ ਵਿਕਾਸ ਵੀ ਹੁੰਦਾ ਹੈ। ਜੰਤੂਆਂ ਵਿੱਚ ਨਰ ਅਤੇ ਮਾਦਾ ਵਿੱਚ ਭਿੰਨ-ਭਿੰਨ ਜਣਨ ਅੰਗ ਹੁੰਦੇ ਹਨ ਜੋ ਯੁਗਮਕ ਬਣਾਉਂਦੇ ਹਨ, ਜੋ ਸੰਯੋਜਿਤ ਹੋ ਕੇ ਯੁਗਮਜ ਬਣਾਉਂਦੇ ਹਨ। ਇਹ ਯੁਗਮਜ ਵਿਕਸਿਤ ਹੋ ਕੇ ਇੱਕ ਨਵਾਂ ਜੀਵ ਬਣਾਉਂਦਾ ਹੈ। ਇਸ ਪ੍ਰਕਾਰ ਦਾ ਪ੍ਰਜਨਨ, ਜਿਸ ਵਿੱਚ ਨਰ ਅਤੇ ਮਾਦਾ ਯੁਗਮਕਾਂ ਦਾ ਸੰਯੋਜ ਹੁੰਦਾ ਹੈ, ਲਿੰਗੀ ਪ੍ਰਜਨਨ ਅਖਵਾਉਂਦਾ ਹੈ। ਆਓ ਆਪਾਂ ਮਨੁੱਖਾਂ ਵਿੱਚ ਜਣਨ ਭਾਗਾਂ ਦਾ ਪਤਾ ਲਗਾਈਏ ਅਤੇ ਜਣਨ ਕਿਰਿਆ ਦਾ ਅਧਿਐਨ ਕਰੀਏ। ਨਰ ਜਣਨ ਅੰਗਾਂ ਵਿੱਚ ਇੱਕ ਜੋੜਾ ਪਤਾੜੂ, 2 ਸ਼ੁਕਰਾਣੂ ਵਹਿਣੀਆਂ ਅਤੇ ਇੱਕ ਨਰ ਇੰਦਰੀ ਹੁੰਦੇ ਹਨ। ਪਤਾੜੂ ਨਰ ਯੁਗਮਕ ਉਤਪੰਨ ਕਰਦੇ ਹਨ, ਜਿਨ੍ਹਾਂ ਨੂੰ ਸ਼ੁਕਰਾਣੂ ਕਹਿੰਦੇ ਹਨ। ਪਤਾੜੂ ਲੱਖਾਂ ਹੀ ਸ਼ੁਕਰਾਣੂ ਪੈਦਾ ਕਰਦੇ ਹਨ। ਸ਼ੁਕਰਾਣੂ ਭਾਵੇਂ ਬਹੁਤ ਸੂਖਮ ਹੁੰਦੇ ਹਨ, ਪਰ ਹਰ ਵਿੱਚ ਇੱਕ ਸਿਰ, ਇੱਕ ਮੱਧ ਭਾਗ ਅਤੇ ਇੱਕ ਪੂੰਛ ਹੁੰਦੀ ਹੈ। ਹਰ ਇੱਕ ਸ਼ੁਕਰਾਣੂ ਵਿੱਚ ਸੈੱਲ ਦੀ ਤਰ੍ਹਾਂ ਦੇ ਸਾਰੇ ਨਿੱਕੜੇ ਅੰਗ ਪਾਏ ਜਾਂਦੇ ਹਨ। ਮਾਦਾ ਜਣਨ ਅੰਗਾਂ ਵਿੱਚ ਇੱਕ ਜੋੜੀ ਅੰਡਕੋਸ਼, ਅੰਡ ਨਿਕਾਸ ਵਹਿਣੀ ਅਤੇ ਬੱਚੇਦਾਨੀ ਹੁੰਦੀ ਹੈ। ਅੰਡਕੋਸ਼ ਮਾਦਾ ਯੁਗਮਕ ਪੈਦਾ ਕਰਦੇ ਹਨ, ਜਿਨ੍ਹਾਂ ਨੂੰ ਅੰਡਾਣੂ ਕਹਿੰਦੇ ਹਨ। ਮਨੁੱਖ ਵਿੱਚ ਹਰ ਮਹੀਨੇ ਦੋਨਾਂ ਅੰਡਕੋਸ਼ਾਂ ਵਿੱਚੋਂ ਕਿਸੇ ਇੱਕ ਅੰਡਕੋਸ਼ ਤੋਂ ਇੱਕ ਵਿਕਸਿਤ ਅੰਡਾਣੂ ਦਾ ਵਿਸਰਜਨ ਅੰਡ ਨਿਕਾਸ ਵਹਿਣੀ ਵਿੱਚ ਹੁੰਦਾ ਹੈ। ਬੱਚੇਦਾਨੀ ਉਹ ਭਾਗ ਹੈ ਜਿੱਥੇ ਭਰੂਣ ਦਾ ਵਿਕਾਸ ਹੁੰਦਾ ਹੈ। ਸ਼ੁਕਰਾਣੂ ਦੀ ਤਰ੍ਹਾਂ ਅੰਡਾਣੂ ਵੀ ਇੱਕ ਸੈੱਲ ਹੈ।
ਫਰਟੀਲਾਈਜ਼ੇਸ਼ਨ ਨਿਸ਼ੇਚਨ। ਜਣਨ ਪ੍ਰਕਿਰਿਆ ਦਾ ਪਹਿਲਾ ਪੜਾਅ ਸ਼ੁਕਰਾਣੂ ਅਤੇ ਅੰਡਾਣੂ ਦਾ ਸੰਯੋਗ ਹੈ। ਜਦੋਂ ਸ਼ੁਕਰਾਣੂ ਅੰਡਾਣੂ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇਹਨਾਂ ਵਿੱਚੋਂ ਇੱਕ ਸ਼ੁਕਰਾਣੂ ਅੰਡਾਣੂ ਦੇ ਨਾਲ ਸੰਯੋਜਿਤ ਹੋ ਜਾਂਦਾ ਹੈ। ਸ਼ੁਕਰਾਣੂ ਅਤੇ ਅੰਡਾਣੂ ਦਾ ਸੰਯੋਜਨ ਹੋਣਾ ਨਿਸ਼ੇਚਨ ਕਹਾਉਂਦਾ ਹੈ। ਜੋ ਨਿਸ਼ੇਚਨ ਮਾਦਾ ਦੇ ਸਰੀਰ ਅੰਦਰ ਹੁੰਦਾ ਹੈ ਉਸ ਨੂੰ ਅੰਦਰੂਨੀ ਨਿਸ਼ੇਚਨ ਕਹਿੰਦੇ ਹਨ। ਮਨੁੱਖ, ਗਊ, ਕੁੱਤੇ ਅਤੇ ਮੁਰਗੀ ਆਦਿ ਅਨੇਕਾਂ ਜੰਤੂਆਂ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ। ਉਹ ਨਿਸ਼ੇਚਨ ਜਿਸ ਵਿੱਚ ਨਰ ਅਤੇ ਮਾਦਾ ਯੁਗਮਕ ਦਾ ਸੰਯੋਗ ਮਾਦਾ ਸਰੀਰ ਤੋਂ ਬਾਹਰ ਹੁੰਦਾ ਹੈ ਬਾਹਰੀ ਨਿਸ਼ੇਚਨ ਕਹਾਉਂਦਾ ਹੈ। ਇਹ ਮੱਛੀ, ਸਟਾਰਫਿਸ਼, ਜਲ ਪ੍ਰਾਣੀਆਂ ਆਦਿ ਵਿੱਚ ਹੁੰਦਾ ਹੈ।